Welcome to my channel, my dear students and my dear friends। प्यारे बच्चों, ਤੁਹਾਨੂੰ आज़ादी अच्छी लगती है, मस्त जिंदगी, कोई झिड़के ना, कोई कुछ कहे ना, स्कूल दे विच भी अध्यापक धमकान ना, ते बेखौफ आज़ाद जिंदगी। लेकिन बच्चों, लिबर्टी मीनस रिस्पॉन्सिबिलिटी। आज़ादी का मतलब ही जिम्मेवारी हुंदा है। दैट इज़ वाई मोस्ट मैन ड्रेड इट। जॉर्ज बर्नार्ड शॉ ने कहा बच्चों, लिबर्टी मीनस रिस्पॉन्सिबिलिटी, दैट इज़ वाई मोस्ट पीपल ड्रेड इट। ड्रेड मैंने डरना प्यारे बच्चों, लेकिन आपां डरना नहीं है। लिबर्टी दे नाल आपां हल्का जिहा स्व अनुशासन रखना, सैल्फ डिसिपलिन रखना है, ठीक है, जिस दे नाल कि हर कोई जिहड़ा है आज़ादी नूं मान सके और खुश रह सके। प्यारे बच्चों, मैं सारियां गल्लां तुहाडे नाल इसलिए कीतियां ने क्योंकि अज दा टॉपिक जिहड़ा असीं पढ़ रहे हैं वो है लिबर्टी एंड डिसिपलिन। इट इज़ रिटन बाय विलियम सलीम। प्यारे बच्चों, लिबर्टी का अर्थ हुंदा आज़ादी और डिसिपलिन का अर्थ हुंदा है अनुशासन। ये कहा गया है कि डिसिपलिन इज़ ए लाइफ ब्लड ऑफ नेशन। किसी देश का बच्चों यह जिद्दां जिंदगी दे वास्ते एक जीवन ਲਈ खून है, तो यह खून दे मानद है कि डिसिपलिन डिसिपलिन इज़ वेरी मच इंपॉर्टेंट इन आवर लाइफ। बच्चों, तुसी अवश्य ही साइकिल चलाते होगे। ਜਦੋਂ ਆਪਾਂ ਸਾਈਕਲ ਚਲਾਉਂਦੇ ਹਾਂ, ਕਿੱਥੇ ਜਾਣਾ, ਕਿੱਧਰਲੇ ਪਾਸੇ ਜਾਣਾ, ਸਾਡਾ ਜਿਹੜਾ ਹੈ ਗੰਤਵ ਸਥਾਨ ਕਿੱਧਰ ਹੈ, ਇਹ ਤਾਂ ਇਸ ਦੀ ਆਜ਼ਾਦੀ ਸਾਨੂੰ ਹੁੰਦੀ ਹੈ। ਅਸੀਂ ਜਿੱਥੇ ਮਰਜ਼ੀ ਚਲੇ ਜਾਈਏ ਸਾਈਕਲ 'ਤੇ ਬੈਠ ਕੇ, ਮੋਟਰਸਾਈਕਲ 'ਤੇ ਬੈਠ ਕੇ। ਲੇਕਿਨ ਜਦੋਂ ਅਸੀਂ ਸੜਕ 'ਤੇ ਆ ਜਾਂਦੇ ਹਾਂ ਤਾਂ ਅਸੀਂ ਕੀ ਕਰਦੇ ਹਾਂ ਕਿ ਖੱਬੇ ਪਾਸੇ ਚੱਲਦੇ ਹਾਂ। ਖੱਬੇ ਪਾਸੇ ਕਿਉਂ ਸਾਈਕਲ ਚਲਾਈਦਾ ਹੈ? ਕਿਉਂਕਿ ਇਹ ਰੂਲ ਆਫ ਦਾ ਰੋਡ ਹੈ। ਇਹਦਾ ਮਤਲਬ ਇਹ ਹੋਇਆ ਕਿ ਸਾਡੀ ਜ਼ਿੰਮੇਵਾਰੀ ਕੀ ਹੋ ਗਈ ਕਿ ਜਦੋਂ ਅਸੀਂ ਸਾਈਕਲ ਲੈ ਕੇ ਸੜਕ 'ਤੇ ਆਈਏ ਤਾਂ ਖੱਬੇ ਪਾਸੇ ਚੱਲੀਏ। ਹੋਰ ਵੀ ਕਈ ਜਿਹੜੇ ਨੇ ਸੜਕ ਦੇ ਨਿਯਮ ਨੇ ਉਹਨਾਂ ਦਾ ਪਾਲਣ ਕਰਦੇ ਆ। ਜ਼ਿਆਦਾ ਤੇਜ਼ ਰਫ਼ਤਾਰ ਦੇ ਨਾਲ ਅੱਜ ਕੱਲ੍ਹ ਵਾਹਨ ਨਹੀਂ ਚਲਾਏ ਜਾਂਦੇ। ਜਿਹੜਾ ਚਲਾਉਂਦਾ ਉਹਦਾ ਚਲਾਨ ਕੱਟਿਆ ਜਾਂਦਾ। ਬੱਚਿਓ, ਇਹ ਜਿਹੜੀ ਜ਼ਿੰਮੇਵਾਰੀ ਹੈ, ਇਹ ਜਿਹੜਾ ਅਸੀਂ ਡਿਸਿਪਲਿਨ ਸਾਈਕਲ ਚਲਾਉਂਦੇ ਹੋਏ ਲੈ ਰਹੇ ਹਾਂ, ਇਹ ਕਿਉਂ ਲਈਦਾ? ਲੇਖਕ ਕਹਿੰਦਾ ਹੈ ਕਿ ਇਹ 4 ਕਾਰਨਾਂ ਕਰਕੇ ਅਸੀਂ ਕਰਦੇ ਹਾਂ। ਦੇਅਰ ਆਰ 4 ਰੀਜ਼ਨ ਵਾਈ ਯੂ ਵਿਲ ਕੀਪ ਟੂ ਦ ਲੈਫਟ। ਫਸਟ ਕੀ ਹੈ? ਯੂਅਰ ਓਨ ਐਡਵਾਂਟੇਜ, ਤੁਹਾਡਾ ਆਪਣਾ ਫਾਇਦਾ ਹੈ, ਐਕਸੀਡੈਂਟ ਨਹੀਂ ਹੋਏਗਾ। ਕੰਸੀਡਰੇਸ਼ਨ ਫॉर ਅਦਰਸ, ਦੂਜਿਆਂ ਦੇ ਵਾਸਤੇ ਵੀ ਦੂਜਿਆਂ ਦਾ ਵੀ ਕੋਈ ਨੁਕਸਾਨ ਨਾ ਹੋ ਜਾਵੇ, ਦੂਜਿਆਂ ਨੂੰ ਇਨਕਨਵੀਨੀਅੰਸ ਨਾ ਹੋਏ, ਬੇਆਰਾਮੀ ਨਾ ਹੋਏ, ਠੀਕ ਹੈ। ਕੌਨਫੀਡੈਂਸ ਇਨ ਯੂਅਰ ਫੈਲੋਜ਼, ਅਤੇ ਦੂਜਿਆਂ ਸਾਥੀਆਂ ਦੇ ਵਿੱਚ ਵਿਸ਼ਵਾਸ ਹੈ। ਕੀ ਵਿਸ਼ਵਾਸ ਹੈ? ਕਿ ਉਹ ਵੀ ਕਾਨੂੰਨ ਦਾ ਪਾਲਣ ਕਰਨਗੇ। ਜਦੋਂ ਤੁਸੀਂ ਕਾਨੂੰਨ ਦਾ ਪਾਲਣ ਕਰ ਰਹੇ ਹੋ, ਇਹ ਨਹੀਂ ਕਿ ਉਹ ਕਾਨੂੰਨ ਦੀ ਉਲੰਘਣਾ ਕਰਕੇ ਤੁਹਾਡਾ ਕੋਈ ਨੁਕਸਾਨ ਕਰ ਦੇਣ। ਔਰ ਸਾਰਿਆਂ ਨਾਲੋਂ ਪੁਆਇੰਟ ਜਿਹੜਾ ਹੈ ਉਹ ਹੈ ਫੀਅਰ ਆਫ ਪਨਿਸ਼ਮੈਂਟ, ਸਜ਼ਾ ਦਾ ਡਰ। ਹਾਂਜੀ, ਹੈਲਮਟ ਪਾ ਕੇ ਤੁਸੀਂ ਮੋਟਰਸਾਈਕਲ 'ਤੇ ਜਾਂਦੇ ਹੋ, ਦਿਲ ਨਹੀਂ ਕਰਦਾ ਹੈਲਮਟ ਪਾਉਣ 'ਤੇ, ਫਿਰ ਵੀ ਪਾਉਂਦੇ ਹੋ। ਕਾਰਨ ਕੀ ਹੈ? ਸਜ਼ਾ ਦਾ ਡਰ। ਹਾਂਜੀ, ਚਲਾਨ ਨਾ ਹੋ ਜਾਵੇ। ਪਿਆਰੇ ਬੱਚਿਓ, ਲੇਕਿਨ ਡਰ ਦੇ ਨਾਲ ਕੋਈ ਵੀ ਕੰਮ ਕੀਤਾ ਹੋਇਆ ਚੰਗਾ ਨਹੀਂ ਹੁੰਦਾ। ਇਹ ਅਨੁਸ਼ਾਸਨ ਅੱਛਾ ਕੋਈ ਅਨੁਸ਼ਾਸਨ ਨਹੀਂ ਹੈ। ਕੋਈ ਤੁਹਾਡੇ 'ਤੇ ਲੱਦੇ ਡੰਡੇ ਦੇ ਨਾਲ ਅਨੁਸ਼ਾਸਨ ਆਇਆ ਹੋਇਆ। ਬੱਚਿਓ, ਲੇਖਕ ਕਹਿੰਦਾ ਹੈ ਕਿ ਜਾਂ ਤਾਂ ਅਸੀਂ ਅਨੁਸ਼ਾਸਨ ਦਾ ਪਾਲਨ ਕਰ ਸਕਦੇ ਹਾਂ ਸਰਮਨ ਔਨ ਦਾ ਮਾਊਂਟ ਦੇ ਆਧਾਰ 'ਤੇ। ਇਹ ਬੱਚਿਓ, ਈਸਾ ਮਸੀਹ ਲਾਰਡ ਕ੍ਰਾਈਸਟ ਨੇ ਪਹਾੜੀ 'ਤੇ ਖੜ੍ਹੇ ਹੋ ਕੇ ਜਿਹੜੇ ਪ੍ਰਵਚਨ ਦਿੱਤੇ ਸੀ, ਕੁਛ ਲੋਕ ਉਹਨਾਂ ਪ੍ਰਵਚਨਾਂ 'ਤੇ ਪਹਿਰਾ ਦਿੰਦੇ ਹੋਏ ਜ਼ਿੰਦਗੀ ਦੇ ਵਿੱਚ ਡਿਸਪਲਿਨ ਰੱਖਦੇ ਨੇ। ਇਸ ਨੂੰ ਅਸੀਂ ਸਵੈ ਅਨੁਸ਼ਾਸਨ ਕਹਿੰਦੇ ਹਾਂ, ਸੈਲਫ ਡਿਸਿਪਲਿਨ ਕਹਿੰਦੇ ਹਾਂ।
ਔਰ ਦੂਜਾ ਡਿਸਿਪਲਿਨ ਹੁੰਦਾ ਹੈ ਡਿਕਟੇਟਰ ਟਾਈਪ ਦਾ ਡਿਸਿਪਲਿਨ, ਜਿਹੜਾ ਕਿ ਡੰਡੇ ਦੇ ਨਾਲ ਆਇਆ ਹੁੰਦਾ ਹੈ, ਜਿਹੜਾ ਜ਼ਬਰਦਸਤੀ ਜਿਹੜਾ ਹੈ ਲਾਗੂ ਕੀਤਾ ਹੋਇਆ ਅਨੁਸ਼ਾਸਨ ਹੁੰਦਾ ਹੈ। ਪਿਆਰੇ ਬੱਚਿਓ, ਇਹ ਅਨੁਸ਼ਾਸਨ ਕੋਈ ਬਹੁਤ ਵਧੀਆ ਨਹੀਂ ਹੁੰਦਾ। ਮੈਂ ਇੱਕ ਛੋਟੀ ਜਿਹੀ ਕਹਾਣੀ ਤੁਹਾਨੂੰ ਇੱਥੇ ਦੱਸਾਂਗਾ, ਸੱਚ ਹੀ ਹੈ, ਚਾਹੇ ਇਹ ਇਸ ਚੈਪਟਰ 'ਚ ਨਹੀਂ ਹੈ, ਲੇਕਿਨ ਤੁਹਾਨੂੰ ਪਤਾ ਲੱਗ ਜਾਏਗਾ ਕਿ ਡੰਡੇ ਦਾ ਡਿਸਿਪਲਿਨ ਕਿੰਨਾ ਖੌਫਨਾਕ ਹੋ ਸਕਦਾ ਹੈ। ਪਿਆਰੇ ਬੱਚਿਓ, ਤੁਸੀਂ ਹਿਟਲਰ ਬਾਰੇ ਜਾਣਦੇ ਹੋਗੇ, ਇੱਕ ਤਾਨਾਸ਼ਾਹ ਸੀ। ਇੱਕ ਵਾਰ ਕੋਈ ਮੀਡੀਆ ਪਰਸਨ ਉਸ ਦੇ ਕੋਲ ਗਏ ਅਤੇ ਉਸਨੇ ਕਿਹਾ ਕਿ ਸਰ, ਤੁਹਾਡੀ ਫੌਜ ਡਿਸਿਪਲਿਨ ਲਈ ਜਾਣੀ ਜਾਂਦੀ ਹੈ, ਇਸ ਦਾ ਕੋਈ ਉਦਾਹਰਨ ਦਿਓ। ਉਸਨੇ ਸਿਰ ਚੱਕ ਕੇ ਉੱਪਰ ਦੇਖਿਆ, ਸਾਹਮਣੇ ਹੀ ਇੱਕ 4 ਮੰਜ਼ਿਲੀ ਬਿਲਡਿੰਗ ਸੀ। ਉਸ ਬਿਲਡਿੰਗ 'ਤੇ ਇੱਕ ਸਿਪਾਹੀ ਪਹਿਰਾ ਦੇ ਰਿਹਾ ਸੀ। ਚਿल्ला ਕੇ ਹਿਟਲਰ ਨੇ ਕਿਹਾ, ਕਮ ਸੂਨ ਐਜ਼ ਪੋਸੀਬਲ, ਜਲਦੀ ਆ ਜਾਓ ਥੱਲੇ, ਇਹ ਮੇਰਾ ਆਰਡਰ ਹੈ, ਜਿੰਨੀ ਜਲਦੀ ਹੋ ਸਕਦਾ। ਪਿਆਰੇ ਬੱਚਿਓ, ਉਸ ਸਿਪਾਹੀ ਨੇ 4ਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਅਤੇ ਕੁਝ ਹੀ ਪਲਾਂ ਦੇ ਵਿੱਚ ਉਹ ਹਿਟਲਰ ਦੇ ਪੈਰਾਂ 'ਚ ਥੱਲੇ ਪਿਆ ਸੀ ਔਰ ਉਸ ਦੀ ਮੌਤ ਹੋ ਚੁੱਕੀ ਸੀ। ਪਿਆਰੇ ਬੱਚਿਓ, ਇੱਕ ਡਿਸਿਪਲਿਨ ਇਹ ਹੈ ਜਿਹੜਾ ਕਿ ਇੱਕ ਫੌਜੀ ਦੇ ਬੂਟਾਂ ਅਤੇ ਇੱਕ ਫੌਜੀ ਦੇ ਹੁਕਮ ਦੇ ਨਾਲ ਪੈਦਾ ਹੁੰਦਾ ਹੈ, ਲੇਕਿਨ ਇਹ ਡਿਸਿਪਲਿਨ, ਇਹ ਜਿਹੜਾ ਹੈ ਅਨੁਸ਼ਾਸਨ, ਕੋਈ ਵਧੀਆ ਅਨੁਸ਼ਾਸਨ ਨਹੀਂ ਹੈ। ਸਾਨੂੰ ਆਪਣੇ ਵਿੱਚ ਸਵ ਅਨੁਸ਼ਾਸਨ ਰੱਖਣਾ ਚਾਹੀਦਾ ਹੈ। ਪਿਆਰੇ ਬੱਚਿਓ, ਜੇ ਅਸੀਂ ਇਤਿਹਾਸ ਉੱਪਰ ਝਾਤੀ ਮਾਰੀਏ ਅਤੇ ਸਾਨੂੰ ਇਹ ਪਤਾ ਲੱਗਦਾ ਹੈ ਕਿ ਅਸੀਂ ਆਜ਼ਾਦੀ ਦੇ ਨਾਲ ਨਾਲ ਜਦੋਂ ਅਨੁਸ਼ਾਸਨ 'ਚ ਨਹੀਂ ਰਹਿੰਦੇ, ਅਨੁਸ਼ਾਸਨ ਦੀ ਜਿਹੜੀ ਡੋਰ ਹੈ ਉਹ ਢਿੱਲੀ ਪੈ ਜਾਂਦੀ ਹੈ, ਤਾਂ ਕੀ ਹੁੰਦਾ ਹੈ ਕਿ ਕਈ ਤਰ੍ਹਾਂ ਦੇ ਨੁਕਸਾਨ ਸਾਨੂੰ ਅਤੇ ਦੇਸ਼ ਨੂੰ, ਰਾਸ਼ਟਰ ਨੂੰ ਉਠਾਉਣੇ ਪੈਂਦੇ ਹਨ। ਕੀ ਹੁੰਦਾ ਹੈ ਕਿ ਜੀਵਨ ਪੱਧਰ ਡਿੱਗ ਜਾਂਦਾ ਹੈ, ਆਰਥਿਕ ਹਾਲਤ 'ਤੇ ਬਹੁਤ ਬੁਰਾ ਅਸਰ ਪੈਂਦਾ ਹੈ, ਠੀਕ ਹੈ, ਲੋਕਾਂ ਦੇ ਕੰਮ ਸੁਚਾਰੂ ਰੂਪ ਦੇ ਨਾਲ ਨਹੀਂ ਹੁੰਦੇ, ਅਤੇ ਫਿਰ ਕੀ ਹੁੰਦਾ ਕਿ ਰਾਜ ਪਲਟਾ ਹੋ ਜਾਂਦਾ ਹੈ। ਕਈ ਵਾਰੀ ਜਿਹੜਾ ਹੈ ਤਾਨਾਸ਼ਾਹ ਦੇ ਹੱਥ ਦੇ ਵਿੱਚ ਤਾਕਤ ਆ ਜਾਂਦੀ ਹੈ। ਇਹ ਵੱਖਰੇ ਵੱਖਰੇ ਦੇਸ਼ਾਂ ਵਿੱਚ ਅਸੀਂ ਦੇਖਿਆ ਵੀ ਹੈ। ਸੋ ਅਜਿਹਾ ਜਿਹੜਾ ਹੈ ਉਸ ਦੇ ਨਾਲ ਜਦੋਂ ਉਹ ਤਾਨਾਸ਼ਾਹ ਡਿਸਿਪਲਿਨ ਲੋਕਾਂ 'ਚ ਪੈਦਾ ਕਰਦੇ ਨੇ, ਅਤੇ ਜਿਹੜੀ ਮੈਂ ਤੁਹਾਨੂੰ ਪਹਿਲੇ ਹੀ ਇੱਕ ਛੋਟੀ ਜਿਹੀ ਵਰਤਾਂਤ ਸੁਣਾਇਆ ਸੀ, ਉਹ ਡਿਸਿਪਲਿਨ ਉਸ ਤਰ੍ਹਾਂ ਦਾ ਖੌਫਨਾਕ ਹੁੰਦਾ ਹੈ। ਸੋ ਸਵ ਅਨੁਸ਼ਾਸਨ ਨੂੰ ਸਾਨੂੰ ਜਿਹੜਾ ਹੈ ਮੰਨਣਾ ਚਾਹੀਦਾ ਹੈ, ਅਤੇ ਆਜ਼ਾਦੀ ਦੇ ਲਈ ਇਹ ਸਭ ਨਾਲੋਂ ਵੱਡੀ ਚੀਜ਼ ਹੈ। ਅੱਛਾ ਬੱਚਿਓ, ਇੱਕ ਹੋਰ ਚੀਜ਼ ਹੈ ਕਿ ਲੇਖਕ ਨੇ ਇੱਕ ਬਹੁਤ ਵਧੀਆ ਘਟਨਾ ਦੱਸੀ, ਜਿਹੜੀ ਕਿ ਮੈਂ ਇੱਥੇ ਤੁਹਾਨੂੰ ਬਿਆਨ ਕਰ ਰਿਹਾ ਕਿ ਇੱਕ ਦਿਨ ਲੇਖਕ ਜਿਹੜੇ ਸਨ ਉਹ ਜਾ ਰਹੇ ਸਨ। ਲੇਖਕ ਮਿਲਟਰੀ 'ਚ ਕੰਮ ਕਰਦੇ ਸਨ ਅਤੇ ਲੇਖਕ ਨੂੰ ਇੱਕ ਸਿਪਾਹੀ ਨੇ ਸੈਲਿਊਟ ਮਾਰਿਆ, ਅਤੇ ਉਸ ਦੇ ਜਵਾਬ ਦੇ ਵਿੱਚ ਲੇਖਕ ਨੇ, ਜਿਹੜੇ ਕਿ ਸੈਕੰਡ ਲੈਫਟੀਨੈਂਟ ਦੀ ਜੋਬ 'ਤੇ ਸੀ, ਉਸ ਸਿਪਾਹੀ ਦੇ ਸੈਲਿਊਟ ਦਾ ਜਵਾਬ ਉਸ ਮਰਿਆਦਾ, ਉਸ ਡਿਸਿਪਲਿਨ ਨਾਲ ਨਹੀਂ ਦਿੱਤਾ ਜਿਸ ਦੇ ਨਾਲ ਕਿ ਇੱਕ ਅਫਸਰ ਨੂੰ ਦੇਣਾ ਚਾਹੀਦਾ ਹੈ। ਉਸਨੇ ਆਪਣਾ ਹੱਥ ਹਵਾ 'ਚ ਹੀ ਲਹਿਰਾ ਕੇ ਉਸ ਦਾ ਜਵਾਬ ਦੇ ਦਿੱਤਾ। ਲੇਕਿਨ ਇਸ ਗੱਲ ਨੂੰ ਲੇਖਕ ਦੇ ਅਫਸਰ, ਇੱਕ ਕਰਨਲ ਸੀਗੇ, ਰੈਜੀਮੈਂਟਲ ਸਾਰਜੈਂਟ ਮੇਜਰ ਨੇ ਦੇਖ ਲਿਆ। ਉਹਨਾਂ ਕੋਲ ਆਏ ਅਤੇ ਲੇਖਕ ਨੂੰ ਸਜ਼ਾ ਦਿੱਤੀ ਅਤੇ ਕਿਹਾ ਕਿ ਇਹ ਬਹੁਤ ਗਲਤ ਗੱਲ ਹੈ ਕਿ ਇੱਕ ਸੈਨਿਕ ਨੇ ਤੁਹਾਨੂੰ ਸੈਲਿਊਟ ਦਿੱਤਾ ਅਤੇ ਉਸ ਦਾ ਜਵਾਬ ਤੁਸੀਂ ਸਹੀ ਤਰੀਕੇ ਨਾਲ ਨਹੀਂ ਦਿੱਤਾ। ਅਤੇ ਉਸ ਨੂੰ ਕੀ ਸਜ਼ਾ ਦਿੱਤੀ ਗਈ ਬੱਚਿਓ ਕਿ ਉਹਨਾਂ ਨੇ ਇੱਕ ਡੰਡਾ ਜਿਹੜਾ ਸੀ ਜ਼ਮੀਨ ਵਿੱਚ ਗੱਡ ਦਿੱਤਾ ਅਤੇ ਲੇਖਕ ਨੂੰ ਕਿਹਾ ਕਿ ਉਹ ਮਾਰਚ ਪਾਸ ਕਰਦੇ ਹੋਏ ਇਸ ਨੂੰ ਜਿਹੜਾ ਹੈ, ਡੰਡੇ ਨੂੰ ਜਿਹੜਾ ਹੈ
ਸਲਾਮ ਕਰਨਗੇ ਬਾਰ-ਬਾਰ ਤੇ ਅਭਿਆਸ ਕਰਨਗੇ ਕਿ ਕਿਸ ਤਰੀਕੇ ਦੇ ਨਾਲ, ਸਹੀ ਢੰਗ ਦੇ ਨਾਲ, ਸਹੀ ਡਿਸਿਪਲਿਨ ਦੇ ਨਾਲ ਅਸੀਂ ਸੈਲੂਟ ਦਾ ਜਵਾਬ ਦੇ ਸਕਦੇ ਹਾਂ। ਪਿਆਰੇ ਬੱਚਿਓ, ਇਸ ਦਾ ਇਹ ਅਰਥ ਹੋਇਆ ਕਿ ਡਿਸਿਪਲਿਨ ਜਿਹੜਾ ਹੈ, ਅਨੁਸ਼ਾਸਨ ਜਿਹੜਾ ਹੈ, ਉਹ ਉੱਚ ਅਧਿਕਾਰੀਆਂ ਵੱਲ ਤੋਂ ਹੁੰਦਾ ਹੋਇਆ ਥੱਲੇ ਵੱਲ ਆਏਗਾ ਅਤੇ ਉੱਚ ਅਧਿਕਾਰੀਆਂ ਨੂੰ ਇਸ ਦਾ ਇਹ ਪਾਲਣ ਕਰਨੀ ਦੀ ਬਹੁਤ ਜ਼ਰੂਰਤ ਹੈ। ਜੇਕਰ ਇੱਕ ਉੱਚ ਅਧਿਕਾਰੀ ਡਿਸਿਪਲਿਨ ਦਾ ਪਾਲਨ ਕਰੇਗਾ, ਫੋਰ ਐਗਜ਼ਾਮਪਲ ਇੱਕ ਪ੍ਰਿੰਸੀਪਲ ਸਕੂਲ ਦੇ ਵਿੱਚ ਡਿਸਿਪਲਿਨ ਦਾ ਪਾਲਨ ਕਰੇਗਾ, ਸਹੀ ਸਮੇਂ 'ਤੇ ਸਕੂਲ ਆਉਂਦਾ ਹੈ, ਸਾਰਾ ਕੰਮ ਠੀਕ ਸਮੇਂ 'ਤੇ ਨਿਪਟਾਉਂਦਾ ਹੈ, ਸਕੂਲ ਦੀ ਸਾਰੀ ਵਿਵਸਥਾ ਠੀਕ ਕਰਦਾ ਹੈ, ਤਾਂ ਉਸ ਦੇ ਥੱਲੇ ਜਿੰਨੇ ਵੀ ਅਧਿਆਪਕ ਔਰ ਸਟਾਫ ਹੈ ਉਹ ਆਪਣੇ ਆਪ ਹੀ ਡਿਸਿਪਲਿਨ ਵਿੱਚ ਆ ਜਾਂਦੇ ਹਨ। ਸੋ ਬੱਚਿਓ, ਅਨੁਸ਼ਾਸਨ ਜਿਹੜਾ ਹੈ ਉਹ ਉੱਪਰੋਂ ਚੱਲੇਗਾ, ਨਾ ਕਿ ਥੱਲਿਓਂ ਚੱਲੇਗਾ। ਇਹ ਲੇਖਕ ਕਹਿਣਾ ਚਾਹੁੰਦਾ ਹੈ ਔਰ ਸਾਨੂੰ ਦੱਸਣਾ ਚਾਹੁੰਦਾ ਹੈ। ਪਿਆਰੇ ਬੱਚਿਓ, ਅਨੁਸ਼ਾਸਨ ਸਾਡੇ 'ਤੇ ਕੁਝ ਪਾਬੰਦੀਆਂ ਜ਼ਰੂਰ ਲਗਾਉਂਦਾ ਹੈ, ਲੇਕਿਨ ਉਹ ਸਾਡੇ ਜ਼ਿੰਦਗੀ 'ਚ ਇੱਕ ਰਸ ਘੋਲ ਦਿੰਦਾ ਹੈ। ਇਹ ਕਿਹਾ ਗਿਆ ਹੈ ਜੋ ਬੋਨਸ ਦੀ, ਜੋ ਜਿਹੜਾ ਹੈ ਸਾਡੇ ਸਰੀਰ ਦੇ ਵਿੱਚ ਹੱਡੀਆਂ ਦੀ ਜ਼ਰੂਰਤ ਹੁੰਦੀ ਹੈ, ਉਹੀ ਇੱਕ ਦੇਸ਼ ਨੂੰ ਡਿਸਿਪਲਿਨ ਦੀ ਜ਼ਰੂਰਤ ਹੁੰਦੀ ਹੈ। ਸਾਰਾ ਸਾਡਾ ਸਰੀਰ ਕਿਸ ਚੀਜ਼ 'ਤੇ ਟਿਕਿਆ ਹੋਇਆ? ਹੱਡੀਆਂ 'ਤੇ ਟਿਕਿਆ ਹੋਇਆ। ਅਤੇ ਅਨੁਸ਼ਾਸਨ ਦੇ ਨਾਲ ਹੀ ਜਿਹੜਾ ਹੈ ਅਸੀਂ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਸਕਦੇ ਹਾਂ ਅਤੇ ਲਿਬਰਟੀ ਦਾ ਆਨੰਦ ਮਾਣ ਸਕਦੇ ਹਾਂ। ਲਿਬਰਟੀ ਦਾ ਅਰਥ ਬੱਚੇ ਹੁੰਦਾ ਹੈ ਲਿਬਰਟੀ ਮੀਨਸ ਟੂ ਸੇ ਟੂ ਐਂਡ ਟੂ ਫॉर without any hindrance. Freedom is the freedom to say that 2 + 2 make 4. ਮਤਲਬ ਕਿ ਸੱਚਾਈ ਨੂੰ, ਤੱਥ ਨੂੰ ਤੁਸੀਂ ਬੜੀ ਨਿਡਰਤਾ ਦੇ ਨਾਲ ਕਹਿ ਸਕੋ। ਲੇਕਿਨ ਬੱਚਿਓ, ਲਿਬਰਟੀ ਲਈ ਇਹ ਕਿਹਾ ਗਿਆ ਹੈ ਕਿ ਲਿਬਰਟੀ ਇਜ਼ ਆਲਵੇਜ਼ ਅਨਫਿਨਿਸ਼ਡ ਬਿਜ਼ਨਸ। ਇਹ ਪੂਰਾ ਬਿਜ਼ਨਸ ਨਹੀਂ ਹੈ। ਤੁਹਾਨੂੰ ਪੂਰੀ ਲਿਬਰਟੀ ਇਸ ਸਮਾਜ 'ਚ ਨਹੀਂ ਮਿਲ ਸਕਦੀ, ਪੂਰੀ ਆਜ਼ਾਦੀ ਨਹੀਂ ਮਿਲ ਸਕਦੀ, ਕਿਉਂਕਿ ਜੇਕਰ ਪੂਰੀ ਆਜ਼ਾਦੀ ਮਿਲੇਗੀ ਤਾਂ ਹਰ ਬੰਦਾ ਆਪਣਾ ਹੀ ਢੰਗ ਦੇ ਨਾਲ ਚੱਲਣਾ ਸ਼ੁਰੂ ਕਰੇਗਾ। ਕੋਈ ਕਾਨੂੰਨ ਨਹੀਂ, ਕੋਈ ਕਾਇਦਾ ਨਹੀਂ, ਕਿਸੇ ਦੀ ਗੱਲ ਨਹੀਂ ਮੰਨਣੀ, ਤਾਂ ਕੀ ਹੋ ਜਾਏਗਾ? ਇਹ ਸਮਾਜ ਜਿਹੜਾ ਹੈ ਉਹ ਜੰਗਲ ਰਾਜ ਦੇ ਵਿੱਚ ਪਰਿਵਰਤਿਤ ਹੋ ਜਾਏਗਾ। ਇਸ ਲਈ ਆਜ਼ਾਦੀ ਜਿਹੜੀ ਹੈ ਪਿਆਰੇ ਬੱਚਿਓ, ਉਹ ਇੱਕ ਜ਼ਿੰਮੇਵਾਰੀ ਸਮਝ ਦੀ ਮੁਹਤਾਜ ਹੈ। ਜਦੋਂ ਤੱਕ ਸਾਡੇ 'ਚ ਜ਼ਿੰਮੇਵਾਰੀ ਹੈ ਉਦੋਂ ਤੱਕ ਹੀ ਅਸੀਂ ਆਜ਼ਾਦੀ ਨੂੰ ਮਾਣ ਸਕਦੇ ਹਾਂ, ਨਹੀਂ ਤਾਂ ਨਹੀਂ ਮੰਨੇ ਜਾ ਸਕਦੇ। ਬੱਚਿਓ, ਤੁਸੀਂ ਪਤੰਗ ਉਡਾਉਂਦੇ ਹੋਵੋਗੇ ਜਾਂ ਤੁਸੀਂ ਪਤੰਗ ਜਿਹੜੀ ਹੈ ਉੱਡਦੀ ਹੋਈ ਦੇਖੀ ਹੋਵੇਗੀ। ਪਤੰਗ ਬੰਨੀ ਹੋਈ ਹੁੰਦੀ ਹੈ, ਕਿਸ ਚੀਜ਼ ਦੇ ਨਾਲ? ਡੋਰ ਦੇ ਨਾਲ ਬੰਨੀ ਹੁੰਦੀ ਹੈ। ਅਤੇ ਸਾਡਾ ਜੀਵਨ ਵੀ ਜਿਹੜਾ ਹੈ, ਅਤੇ ਉਹ ਜਿਹੜੀ ਪਤੰਗ ਜਿਹੜੀ ਹੈ ਉਹ ਡੋਰ ਨਾਲ ਜਦੋਂ ਤੱਕ ਬੰਨੀ ਰਹਿੰਦੀ ਹੈ ਅਤੇ ਉਹ ਹਵਾ ਦੇ ਵਿੱਚ, ਆਕਾਸ਼ ਦੇ ਵਿੱਚ ਉੱਪਰ ਉੱਠਦੀ ਹੈ ਔਰ ਤੈਰਦੀ ਹੈ, ਆਜ਼ਾਦੀ ਜਿਹੀ ਮਾਣਦੀ ਹੈ ਅਤੇ ਗਗਨ ਨੂੰ ਚੁੰਮਦੀ ਹੈ। ਅਤੇ ਜਦੋਂ ਉਹ ਆਪਣਾ ਨਾਤਾ ਤੋੜ ਲੈਂਦੀ ਹੈ ਡੋਰ ਦੇ ਨਾਲ ਤਾਂ ਕੀ ਹੁੰਦਾ? ਉਹ ਤੁਹਾਨੂੰ ਪਤਾ ਹੀ ਹੈ, ਪਤੰਗ ਉਡਾਉਂਦੇ ਹੋਗੇ। ਇਸੇ ਤਰੀਕੇ ਨਾਲ ਸਾਡਾ ਜੀਵਨ ਵੀ ਜਿਹੜਾ ਹੈ ਉਹ ਵੀ ਪਤੰਗ ਦੀ ਤਰ੍ਹਾਂ ਹੀ ਹੈ। ਜੇਕਰ ਇਹ ਡਿਸਿਪਲਿਨ ਦੀ ਡੋਰ ਦੇ ਨਾਲ ਬੰਨਿਆ ਰਹੇਗਾ ਅਤੇ ਆਪਾਂ ਜ਼ਿੰਦਗੀ ਦੀ ਉਚਾਈਆਂ ਮਾਣਦੇ ਰਹਾਂਗੇ ਅਤੇ ਆਜ਼ਾਦੀ ਵੀ ਮਾਣਦੇ ਰਹਾਂਗੇ। ਥੈਂਕ ਯੂ ਵੈਰੀ ਮੱਚ। ਸੋ ਨਾਈਸ ਆਫ